चंडीगढ़ में व्यापारियों की अगर बात करें तो चंडीगढ़ का व्यापारी अब पंचकुला और मोहाली में शिफ्ट हो रहा है। व्यापारियों को यहाँ पर बहुत सी दिक्कतें आ रही हैं। इन दिक्कतों का समय समय पर समाधान नहीं हो पाता। इस पर आज खास बातचीत के लिए हमारे साथ चंडीगढ़ व्यापार मंडल के प्रेसिडेंट संजीव चड्ढा है। अभी नए बने हैं, लगातार व्यापारियों से मीटिंग भी कर रहे हैं और समस्याओं का समाधान भी कर रहे हैं। चड्ढा जी, बहुत बहुत स्वागत है पंजाब के सिटी में। धन्यवाद भाई साहब, धन्यवाद। चड्ढा जी, अगर हम बात करें चंडीगढ़ में व्यापारी जो है वो शिफ्ट हो रहा है लगातार पंचकुला और मोहाली, ये कोई नई बात नहीं है, आप भी इससे वाकिफ़ हैं अच्छी तरह। व्यापारी लगातार आपको समस्याएं बताते हैं, ये क्यों हो रहा है? सर ਇਹਦਾ ਸਭ ਤੋਂ ਵੱਡਾ ਇੱਕ ਰੀਜ਼ਨ ਹੈ ਕਿ ਵੀ ਚੰਡੀਗੜ੍ਹ ਦੇ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸੀਜ਼ ਨੇ ਨਾ, ਉਹ ਇੰਨੀਆਂ ਡੁਲਮੁਲ ਨੇ ਨਾ ਕਿ ਇੱਕਦਮ ਉਸ ਕਰਕੇ ਵਪਾਰੀ ਚੰਡੀਗੜ੍ਹੋਂ ਸ਼ਿਫਟ ਹੋ ਕੇ ਮੋਹਾਲੀ ਪੰਚਕੂਲਾ ਜਾ ਰਿਹਾ। ਚਾਹੇ ਉਹ ਬਿਲਡਿੰਗ ਬਾਇਲੋਜ ਦਾ ਮੁੱਦਾ ਲੈ ਲਈਏ ਆਪਾਂ, ਚਾਹੇ ਟੈਕਸੀਜ਼ ਤੇ ਜਿਹੜੇ ਟੈਕਸੀਜ਼ ਨਵੇਂ ਤੋਂ ਨਵੇਂ ਲੱਗ ਰਹੇ ਪਏ ਨੇ। ਹੁਣ ਤੁਸੀਂ ਦੇਖਿਆ ਹੋਣਾ ਪਿਛਲੇ 2 ਮਹੀਨੇ ਦੇ ਵਿੱਚ ਇੱਕ ਸਾਡੇ ਤੇ ਹੁਣ ਕੱਲ੍ਹ ਨਵਾਂ ਟੈਕਸ ਗਿਰ ਗਿਆ ਹੈਗਾ। ਇਹ ਜਿਹੜੇ ਟੈਕਸ ਲੱਗਦੇ ਪਏ ਨੇ ਇਹ ਵਪਾਰੀਆਂ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਬਿਜ਼ਨਸ ਫਰੈਂਡਲੀ ਨੀਤੀ ਚੰਡੀਗੜ੍ਹ ਦੇ ਵਿੱਚ ਹੋਣੀ ਚਾਹੀਦੀ, ਜਿਹੜੀ ਕਿ ਨਹੀਂ ਹੋ ਰਹੀ। ਉਹ ਸਾਡੀ ਜਿਹੜੀ ਨੇਬਰਿੰਗ ਸਟੇਟਸ ਹੈਗੀਆਂ ਨੇ ਉੱਥੇ ਉਹ ਚੀਜ਼ ਨੂੰ ਉਸ ਚੀਜ਼ ਦਾ ਵਪਾਰੀ ਨੂੰ ਬੈਨੀਫਿਟ ਮਿਲਦਾ। ਔਰ ਹੁਣ ਜਦੋਂ ਦਾ GST ਆ ਗਿਆ ਤਾਂ ਉਹ ਵਪਾਰੀ ਨੂੰ ਚੰਡੀਗੜ੍ਹ ਕੰਮ ਕਰ ਰਿਹਾ ਜਾਂ ਮੋਹਾਲੀ ਕੰਮ ਕਰ ਰਿਹਾ ਜਾਂ ਪੰਚਕੂਲਾ ਕੰਮ ਕਰ ਰਿਹਾ, ਕੋਈ ਲੰਬਾ ਚੌੜਾ ਫਰਕ नहीं है। तो इस करके व्यापारी उधर चंडीगढ़ में ज़्यादा शिफ्ट हो रहा है। अभी अगर प्रशासन के फैसले की बात करें तो कलेक्टर रेट का आपने भारी विरोध किया था कि चंडीगढ़ में 1 अप्रैल से कलेक्टर रेट गिरा, फिर प्रॉपर्टी टैक्स का आपने लगातार विरोध किया, कल बिल्डिंग वायलेशन की अगर बात करें तो सभी व्यापारी एक मंच पर आए कि ये तो बहुत ज़्यादा है, अगर ऐसा ही होगा तो व्यापारी को मारने वाली बात है। नहीं, अब जो जिस तरीके नाल टैक्सीज़ का बोझ बढ़ रहा है और व्यापारियों ਦੇ ਵਿੱਚ ਇਹ ਬਹੁਤ ਵੱਡਾ ਕਰੂਸ਼ ਹੈ। ਔਰ ਅਸੀਂ ਵੀ ਤੁਹਾਡੇ ਮਾਧਿਅਮ ਨਾਲ ਵੀ ਕਹਾਂਗੇ ਜਿੰਨੇ ਕਿ ਵਪਾਰੀ ਸੰਗਠਨ ਨੇ ਆਪਣੀਆਂ ਚੀਜ਼ਾਂ ਛੱਡ ਕੇ ਅੱਗੇ ਆਣ, ਵਪਾਰੀਆਂ ਦੇ ਕਲਿਆਣ ਪਿੱਛੇ ਅਸੀਂ ਕੰਮ ਕਰਦੇ। ਮੈਂ ਵਪਾਰ ਮੰਡਲ ਸ਼ਹਿਰ ਦੀ ਕੈਪੈਕਸ ਬੋਡੀ ਆ, ਇਹਦੀ ਅਮਰੇਲਾ ਦੇ ਨੀਚੇ ਆਣ ਔਰ ਆਪਾਂ ਵਪਾਰੀਆਂ ਦੀ ਵੈਲਫੇਅਰ ਦੇ ਪਿੱਛੇ ਅਗਰ ਕੋਈ ਕੰਮ ਕਰ ਸਕਦੇ ਆ। ਅਸੀਂ ਰੂਟੀਨ 'ਚ ਆਫਿਸਰਸ ਨੂੰ ਵੀ ਮਿਲਦੇ ਪਏ ਆ ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਮਿਲਦੇ ਪਏ ਆ ਔਰ ਚਾਹਾਂਗਾ ਕਿ ਸਾਡੇ ਨਾਲ ਲੱਗਣ ਔਰ ਅਸੀਂ ਇਹ ਵਪਾਰੀਆਂ ਦਾ ਜਿਹੜਾ ਇਹ ਕੰਮ ਹੈ ਕੋਈ ਨਾ ਕੋਈ ਇਸ ਚੀਜ਼ ਦੇ ਉੱਤੇ ਠੱਲ ਪਾ ਸਕੀਏ। ਜਿਹੜੀਆਂ ਇੱਦਾਂ ਦੀਆਂ ਨੀਤੀਆਂ ਬਣਦੀਆਂ पईयां ਇਹਨਾਂ ਨੂੰ ਕਿਸੇ ਨਾ ਕਿਤੇ ਅਸੀਂ कंट्रोल कर सकिए। अगर चंडीगढ़ में व्यापारी की अभी एक्चुअल सिचुएशन अभी गए, आपने कहा टैक्सों की मार तो है ही है और GST से ये कोई फ़र्क नहीं पड़ा, अभी करंटली अगर सिचुएशन देखें व्यापारियों की, क्या सिचुएशन है? नहीं, चंडीगढ़ में व्यापार तकरीबन यही चीज़ों के कारण ना जी ख़त्म है। व्यापार हो ही नहीं पा रहा क्योंकि व्यापारी एक शांति प्रिय बंदा है। वो तो चाहता कि भी मैं अपना व्यापार करा, ਜਿਹੜਾ ਕੋਈ ਜੈਨੂਨ ਟੈਕਸ ਬਣਦਾ ਮੇਰੇ ਕੋਲੋਂ ਟੈਕਸ ਲਿੱਤਾ ਜਾਵੇ। ਪਹਿਲਾਂ GST ਦੀ ਪ੍ਰੋਬਲਮ ਆਈ ਸੀ, ਚਲੋ ਉਹ ਹੁਣ ਸੋਲਵ ਹੋਈ। ਵਪਾਰੀ ਸਿਰਫ ਇਹ ਚਾਹੁੰਦਾ ਕਿ ਜਿਹੜਾ ਜੈਨੂਨ ਸਾਡੇ ਮੇਰੇ ਕੋਲ ਟੈਕਸ ਲੈਣਾ ਉਹ ਲੈ ਲਓ ਔਰ ਮੈਨੂੰ ਸ਼ਾਂਤੀ ਨਾਲ ਮੇਰੀ ਦੁਕਾਨ 'ਤੇ ਬੈਠ ਕੇ ਮੇਰੀ ਹੱਟੀ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ। ਮੈਂ ਆਪਣਾ ਕੰਮ ਕਰਾਂ, ਜਿਹੜੇ ਜੈਨੂਨ ਟੈਕਸ ਬਣਦੇ ਨੇ ਉਹ ਦੇਵਾਂ। ਹੁਣ ਤੁਸੀਂ ਦੇਖੋ ਜਿਹੜਾ ਪ੍ਰੋਪਰਟੀ ਟੈਕਸ ਹੈ 3 ਗੁਣਾ ਵਧਾ ਦਿੱਤਾ ਹੈ, ਤਾਂ ਉਹ ਕੋਈ ਇਹ ਤਰਸੰਗਤ ਨਹੀਂ ਹੈ। ਵਪਾਰੀ ਜੈਨੂਨ ਤੁਸੀਂ ਟੈਕਸ ਵਧਾਓ, ਅਸੀਂ ਮੈਂ ਸਮਝ ਸਕਦਾ ਔਰ ਵਪਾਰੀ ਤਾਂ ਬਿਲਕੁਲ ਸਮਝਦਾ ਕਿ ਟੈਕਸ ਤੋਂ ਬਿਨਾਂ ਸਰਕਾਰਾਂ ਨਹੀਂ ਚੱਲਦੀਆਂ। ਔਰ ਵਪਾਰੀ ਇੱਕ ਜਿਹੜਾ ਸਮਾਜ ਦੀ ਰੀੜ੍ਹ ਦੀ ਹੱਡੀ ਹੈ, ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਅਗਰ ਵਪਾਰੀ ਨੂੰ ਤੁਸੀਂ ਪਰੇਸ਼ਾਨ ਕਰੋਗੇ ਤਾਂ ਵਪਾਰੀ ਕਿੱਦਾਂ ਕੰਮ ਕਰ ਪਾਏਗਾ? 24 ਘੰਟੇ ਆਫਿਸਿਸ ਦੇ ਚੱਕਰ ਲਗਾਉਣਾ ਵਪਾਰੀ ਦੇ ਵੱਸ ਦੀ ਗੱਲ ਨਹੀਂ ਹੈ। ਵਪਾਰੀ ਨੂੰ ਇਹ ਸਭ ਤੋਂ ਵੱਡੀਆਂ ਦਿੱਕਤਾਂ ਆਉਂਦੀਆਂ ਪਈਆਂ ਨੇ ਜਿਹੜੀਆਂ ਕਿ ਨਹੀਂ ਆਉਣੀਆਂ ਚਾਹੀਦੀਆਂ। प्रशासन ने अपनी तरफ से प्रॉपर्टी टैक्स को लेकर आपसे सुझाव भी मांगे थे, सभी व्यापारियों ने ऑब्जेक्शन भी करा था। करीब 1 डेढ़ तक उन्होंने बोला था कि सारे अपने अपने सुझाव दें। उसके बावजूद जब प्रशासन के अफसर इस तरह के रेट बढ़ा देते हैं, प्रॉपर्टी के 3 गुना बढ़ा देते हैं, तो ये फैसले कैसे लेते हैं? ऑफिसर बैठे बैठे कैसे फैसले ले लेते हैं? नहीं, मेरा मानना था कि एक ਤਾਂ ਸਾਡੇ ਕੋਲੋਂ ਦੀ ਅਸੀਂ ਇਹ ਪਹਿਲਾਂ ਵੀ ਗੱਲ ਚੱਕੀ ਸੀਗੀ ਕਿ ਅਗਰ ਤੁਸੀਂ ਸਾਡੇ ਕੋਲ ਸੁਝਾਅ ਮੰਗੇ ਆ, ਅਗਰ ਉੱਤੇ ਵਿਚਾਰ ਹੀ ਨਹੀਂ ਕਰਨਾ, ਅਗਰ ਤੁਸੀਂ ਆਪਣੀ ਮਨਮਰਜ਼ੀ ਕਰਨੀ, ਆਪਣੇ ਡਰਾਇੰਗ ਰੂਮ 'ਚ ਬੈਠ ਕੇ ਫੈਸਲੇ ਲੈਣੇ ਨੇ ਤਾਂ ਜਿੱਦਾਂ ਦੇ ਮਰਜ਼ੀ ਫੈਸਲੇ ਲਿੱਤੇ ਜਾਣ। ਅਦਰਵਾਈਜ਼ ਮੈਂ ਬਹੁਤ ਦੇਰ ਤੋਂ ਹੀ ਗੱਲ ਬੋਲਦਾ ਕਿ ਵਪਾਰੀਆਂ ਜਿੰਨੇ ਸਟੇਕ ਹੋਲਡਰਸ ਨੇ ਇਹਨਾਂ ਨੂੰ ਤੁਸੀਂ ਇਨਵੋਲਵ ਕਰੋ, ਇਹਨਾਂ ਦੀ ਕੰਟਰੀਬਿਊਸ਼ਨ ਲਓ। ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ, ਸਮਾਜ ਦਾ ਕੰਮ ਕਰ ਰਹੇ ਹਾਂ, ਤਿਆਰ ਰਹਿੰਦੇ ਹਾਂ। ਤੁਹਾਨੂੰ ਗਰਾਊਂਡ ਰਿਐਲਿਟੀ ਦੱਸਦੇ ਹਾਂ। ਤੁਸੀਂ ਜਿਹੜੇ ਟੈਕਸ ਵਧਾਉਣੇ ਨੇ, ਅਗਰ ਸਾਡੇ ਕੋਲ ਤੁਸੀਂ ਸੁਝਾਅ ਮੰਗਣੇ ਨੇ, ਉਹਨੂੰ ਤੁਸੀਂ ਰੱਦੀ ਦੀ ਟੋਕਰੀ ਸੱਟਣਾ ਤਾਂ ਮੇਰੇ ਖਿਆਲ ਨਾਲ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਸਭ ਤੋਂ ਵੱਡੀ ਪ੍ਰੋਬਲਮ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਉਂਦੀ ਵੀ ਹੈ।
सर बिल्डिंग वायलेशन पे आपने कहा कि हम व्यापारी सब अब सड़कों पर उतरेंगे। बिल्डिंग वायलेशन में किसी की भी नहीं सुनी गई, बहुत ज़्यादा 200 गुना बढ़ा दिए गए हैं रेट। ये तो पॉसिबल ही नहीं हो पाएगा। ਨਹੀਂ ਬਿਲਕੁਲ ਪੋਸੀਬਲ ਨਹੀਂ ਹੋ ਪਾਏਗਾ। ਉਹ ਤੇ ਚਲੋ ਇੱਕ ਦੋ ਚੀਜ਼ਾਂ ਅੱਛੀਆਂ ਵੀ ਨੇ, ਬਟ ਅਸੀਂ ਬਿਲਕੁਲ ਜਿੰਨੇ ਇੰਨੇ ਰੇਟ ਵਧੇ ਨੇ ਇਹਦਾ ਵਿਰੋਧ ਕਰਦੇ ਹਾਂ। ਔਰ ਅਗਰ ਮੈਨੂੰ ਉਮੀਦ ਹੈ ਅਸੀਂ ਜਿੱਥੇ ਜਿੱਥੇ ਜਾ ਰਹੇ ਹਾਂ, ਆਫਿਸਰਸ ਕੋਲ ਵੀ ਜਾ ਰਹੇ ਹਾਂ, ਪੋਲੀਟੀਕਲ ਪਾਰਟੀਆਂ ਕੋਲ ਵੀ ਜਾ ਰਹੇ ਹਾਂ, ਮੈਨੂੰ ਲੱਗਦਾ ਸਾਡੀ ਸੁਣੀ ਜਾਏਗੀ। ਬਹੁਤ ਇੱਕ ਉਮੀਦ ਨਾਲ ਇਹ ਚੀਜ਼ ਨੂੰ ਲੈ ਕੇ ਬੜਾ ਪੋਜ਼ਿਟਿਵ ਲੈ ਕੇ ਚੱਲੇ ਹੋਏ ਆ। ਨਹੀਂ ਸੁਣੀ ਜਾਏਗੀ ਤਾਂ ਇਕੱਠੇ ਹੋਵਾਂਗੇ। ਅੱਜ ਵੀ ਅਸੀਂ ਬੋਲਿਆ ਕਿ ਜਿੰਨੇ ਵਪਾਰੀ ਸੰਗਠਨ ਇਕੱਠੇ ਹੈਗੇ ਆ, ਜੇ ਸਾਡੀ ਨਹੀਂ ਸੁਣੀ ਜਾਏਗੀ, ਜੇ ਸਾਨੂੰ ਸੜਕਾਂ ਤੇ ਉਤਰਨਾ ਪਏਗਾ, ਪ੍ਰੋਟੈਸਟ ਕਰਨਾ ਪਏਗਾ ਤਾਂ ਕੀਤਾ ਜਾਏਗਾ। अच्छा, प्रशासन के अफसरों की अगर हम बात करें, पहले एक सुझाव लिए जाते थे, मीटिंग की जाती थी व्यापार मंडल से, अलग अलग दायरों को बुलाया जाता था, उनके सुझाव लिए जाते थे। लेकिन अब जिस तरह से ये मनमाने फैसले अंदर रूम में बैठ के होते हैं, क्या अफसर नहीं सोचते आम बंदे की, आम व्यक्ति की, व्यापारियों की? ਨਹੀਂ ਆਫਿਸਰ ਕੇ ਬਾਰੇ ਮੈਂ ਤਾਂ ਨਹੀਂ ਮੈਂ ਕੁਝ ਦੱਸ ਸਕਦਾ, ਪਰ ਮੈਂ ਆਪਣਾ ਦੱਸ ਸਕਦਾ ਕਿ ਸਾਡੇ ਕੋਲ ਸੁਝਾਅ ਮੰਗੇ ਜਾਂਦੇ ਨੇ। ਮੇਰਾ ਮੰਨਣਾ ਹੈ ਕਿ ਉਹ ਸੁਝਾਵਾਂ ਦੇ ਉੱਤੇ ਉਹਨੂੰ ਧਿਆਨ ਨਹੀਂ ਦਿੱਤਾ ਜਾਂਦਾ। ਜੋ ਤੋਂ ਆਰਡਰ ਆ ਜਾਂਦਾ ਕਿ ਵੀ ਇਹ ਫੈਸਲਾ ਲਗਾ ਦਿਓ, ਉਹ ਤੁਗਲੀ ਫਰਮਾਨ ਜਿਹੜਾ ਹੈਗਾ ਸਾਡੇ ਤੇ ਲਗਾ ਦਿੱਤਾ ਜਾਂਦਾ, ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਤਰਸੰਕਤ ਨਹੀਂ ਹੈ। ਅਗਰ ਇਦਾਂ ਦੇ ਹੀ ਫੈਸਲੇ ਆਉਂਦੇ ਰਹੇ, ਇਦਾਂ ਹੀ ਸਰਕਾਰਾਂ ਚੱਲਦੀਆਂ ਰਹੇ, ਤਾਂ ਮੈਨੂੰ ਲੱਗਦਾ ਵਪਾਰੀ ਕਿਤੇ ਨਾ ਕਿਤੇ ਇੰਨਾ ਕੁ ਪਿਸ ਰਿਹਾ। ਅੱਜ ਦੀ ਡੇਟ ਦੇ ਵਪਾਰੀ ਕੋਲ ਵੀ ਜਿਹੜੇ ਸੋਚਦੇ ਪਏ ਨੇ, ਜਿੱਥੇ ਦੇਖੋ ਟੈਕਸ ਲੱਗਦੇ ਨੇ, ਪ੍ਰੋਪਰਟੀ ਟੈਕਸ ਲੈ ਲਿਓ ਤੁਸੀਂ, ਜੇ ਮਕਾਨਾਂ ਦੇ ਉੱਤੇ ਲੱਗਣਾ 100 ਰੁਪਏ ਦਾ, ਇਹ 'ਤੇ ਲੱਗਣਾ 300 ਰੁਪਇਆ। ਵੀ ਕਿਸ ਵਾਸਤੇ? ਵਪਾਰੀ ਜਦ ਕਿ ਵਪਾਰ ਕਰ ਰਿਹਾ, ਤੁਹਾਨੂੰ ਕੁਛ ਨਾ ਕੁਛ ਦੇ ਰਿਹਾ, ਤੁਹਾਨੂੰ ਸਿਸਟਮ ਨਾਲ ਸਾਰਾ ਕੰਮ ਉਹ ਕਰਨਾ ਚਾਹ ਰਿਹਾ, ਤਾਂ ਤੁਸੀਂ ਅਗਰ ਉਹਨੂੰ ਨਹੀਂ ਕਰਨ ਦੇ ਰਹੇ ਤਾਂ ਕਿਤੇ ਨਾ ਕਿਤੇ ਦਿੱਕਤ ਆਏਗੀ। ਵਪਾਰੀ ਕਿੱਥੇ ਜਾਏਗਾ ਦੱਸੋ ਤੁਸੀਂ। एक चड्ढा जी, आपने सेक्टर 17 की एक बात बताई थी। 17 काफ़ी हलचल वाला एरिया रहता था, लेकिन अब पिछले कई दिनों से, पहले एलांटे मॉल की बात आती थी कि अब मॉल्स खुल गए हैं बड़े बड़े, अब 17 में वो हलचल नहीं रहती। एक बार बात भी हुई थी कि पॉलिसी बनेगी, 17 को एक ऐसा एरिया बनाया जाएगा जहाँ पे आम लोग इवनिंग में घूमेंगे, लेकिन अब वो दिखता नहीं है, वो ग्राउंड रियलिटी दिखती नहीं है। ਸਰ ਉੱਥੇ ਫਿਰ ਉਹੀ ਸੇਮ ਗੱਲ ਆ ਗਈ ਕਿ ਅਗਰ ਤੁਸੀਂ ਸਟੇਕ ਹੋਲਡਰਸ ਨੂੰ ਨਹੀਂ ਇਨਵੋਲਵ ਕਰੋਗੇ। ਸਰਕਾਰ ਨੇ, ਐਡਮਿਨਿਸਟ੍ਰੇਸ਼ਨ ਨੇ 17 ਸੈਕਟਰ 'ਚ ਨੋ ਡਾਊਟ ਕਿ ਪੈਸਾ ਬੜਾ ਲਗਾਇਆ, ਪਰ ਉਹ ਅਗਰ ਪੈਸਾ ਲਗਾਉਣ ਦਾ ਸਲੀਕਾ ਹੁੰਦਾ, ਸਾਨੂੰ ਪੁੱਛਿਆ ਜਾਂਦਾ ਕਿ ਉਹ ਅਸੀਂ ਤੁਹਾਨੂੰ ਉਹਨੂੰ ਸੁਝਾਅ ਦਿੰਦੇ ਕਿ ਦੇਖੋ ਇੱਕ ਪਲਾਜ਼ਾ ਦੇ ਵਿੱਚ ਹੀ ਤੁਸੀਂ ਪੈਸਾ ਲਗਾ ਰਹੇ ਹੋ, ਉਸ ਤੋਂ ਅੱਗੇ ਵੀ ਜਾਣਾ ਚਾਹੀਦਾ। ਅਗਰ ਤੁਸੀਂ ਹੋਰ ਦੋ ਚੀਜ਼ਾਂ ਕੀਤੀਆਂ ਨੇ, ਵਿਚਕਾਰ ਜਗ੍ਹਾ ਸਾਰੀ ਖਾਲੀ ਪਈ ਹੈ, ਉੱਤੇ ਹਨੇਰਾ, ਸ਼ਾਮ ਨੂੰ ਹਨੇਰਾ ਹੁੰਦਾ, ਉਹ ਤੁਹਾਨੂੰ ਲੱਗਦਾ ਹੀ ਨਹੀਂ ਕਿ 17 ਦਾ ਇੱਕ ਬਲੋਕ ਹੈ। ਅਗਰ ਇਹ ਚੀਜ਼ਾਂ ਔਰ ਉਹ ਜਿਹੜਾ ਪੈਸਾ ਹੈ ਉਹ ਸਹੀ ਢੰਗ ਨਾਲ ਲੱਗਿਆ ਹੁੰਦਾ, ਤਾਂ ਮੈਨੂੰ ਲੱਗਦਾ 17 ਸੈਕਟਰਾਂ 'ਚ ਕਿਤੇ ਤਾਂ ਕਿਤੇ ਹੁੰਦਾ। ਉਹ 17 ਸੈਕਟਰ ਨੂੰ ਕਿਤੇ ਨਾ ਕਿਤੇ ਇੱਕ ਬਲੋਕ ਨੂੰ ਅਗਰ ਛੱਡ ਦਿੱਤਾ ਜਾਵੇ, ਹੋਰ ਬਲੋਕਸ ਜੇ ਆਪਾਂ ਨੋਟ ਕਰੀਏ ਤਾਂ ਉੱਥੇ ਕਿਤੇ ਨਾ ਕਿਤੇ ਮਤਈ ਵਾਲਾ ਸਲੂਕ ਹੁੰਦਾ, ਜਿਹੜਾ ਕਿ नहीं होना चाहिए। एक व्यापारियों को आप हमारे माध्यम से क्या कहना चाहेंगे? आप मीटिंग्स भी कर रहे हैं, हमारे माध्यम से भी क्या कहना चाहिए? नहीं देखिए, एक चीज़ बड़ा क्लीयर है कि ਵਪਾਰੀ ਜਾਗ ਰਿਹਾ। ਵਪਾਰੀਆਂ ਜਦੋਂ ਦਾ ਮੈਂ ਵਪਾਰ ਮੰਡਲ ਦਾ ਪ੍ਰਧਾਨ ਬਣਿਆ, ਇੱਕ ਵਪਾਰੀਆਂ ਦੇ 'ਚ ਉਤਸ਼ਾਹ ਵੀ ਹੈ। ਬਿਲਕੁਲ ਕਹਿਣਾ ਚਾਹਾਂਗਾ, ਆਪਣੇ ਹੱਕ ਦੀ ਲੜਾਈ ਪਿੱਛੇ ਸਾਨੂੰ ਬਿਲਕੁਲ ਲੜਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ। ਔਰ ਅੱਜ ਤੁਹਾਡੇ ਮਾਧਿਅਮ ਨਾਲ ਬਿਲਕੁਲ ਕਹਾਂਗਾ, ਜਿਹੜੇ ਹੋਰ ਵੀ ਜਿਹੜੇ ਸੰਗਠਨ ਨੇ, ਵਪਾਰੀ ਸੰਗਠਨ ਨੇ ਜਾਂ ਹੋਰ ਸੋਸ਼ਲ ਸੰਗਠਨ ਨੇ, ਉਹਨਾਂ ਨੂੰ ਅੱਜ ਇੱਕ ਮੰਚ 'ਤੇ ਆ ਕੇ ਇਹ ਜਿਹੜੀ ਲੜਾਈ ਹੈ, ਦੁਕਾਨਾਂ ਤਾਂ ਤੁਹਾਡੀਆਂ ਤਾਂ ਰਹਿਣਗੀਆਂ, ਦੁਕਾਨਾਂ 'ਤੇ ਤਾਂ ਬੈਠੋਗੇ ਜੇਕਰ ਇੱਦਾਂ ਦੇ ਫਰਮਾਨ ਆਉਂਦੇ ਰਹੇ, ਤੁਸੀਂ ਦੁਕਾਨਾਂ 'ਤੇ ਨਹੀਂ ਬੈਠ ਪਾਓਗੇ। ਇਹਦੇ ਨਾਲ ਬੈਟਰ ਹੈ ਕਿ ਆਪਣੀ ਦੁਕਾਨਾਂ ਤੋਂ ਨਿਕਲੋ, ਇਕੱਠੇ ਹੋ, ਆਪਣੇ ਹੱਕ ਦੀ ਲੜਾਈ ਪਿੱਛੇ ਸਾਡੇ ਲੋਕਾਂ ਦਾ ਸਾਥ ਦਿਓ। ਜਦੋਂ ਮਾਰਕੀਟਸ ਮਜ਼ਬੂਤ ਹੋਣਗੀਆਂ, ਵਪਾਰੀ ਮਜ਼ਬੂਤ ਹੋਏਗਾ, ਵਪਾਰ ਮੰਡਲ ਮਜ਼ਬੂਤ ਹੋਏਗਾ, ਵਪਾਰ ਮੰਡਲ ਤੁਹਾਡਾ ਕੰਮ ਕਰਾਉਣ 'ਚ ਵੀ ਕਾਮਯਾਬ ਤਾਂ ही हो पाएगा। तो एक बहुत बड़ी बात इन्होंने की है संजीव चड्ढा जी ने, कि सभी व्यापारियों को एक मंच पर आना होगा और मिलकर ये लड़ाई लड़नी होगी। कैमरामैन अनिल के साथ भगवत सिंह, पंजाब केसरी, जगबानी टीवी, चंडीगढ़।